सरकार ने इसको उतना उस टाइम सीरियसली नहीं लिया, ये सोच के कि छोटी छोटी झड़पें होती रहती हैं और इसमें हो सकता है कि जो कमांडर लेवल की मीटिंग्स करके वो आपस में रिजॉल्व कर लेंगे। अगर गवर्नमेंट को ये अंदेशा होता कि इतना बड़ा इशू बन सकता है तो गवर्नमेंट भी इसके लिए पहले से सख्ती के कदम उठाती। और दिखावा ये किया जा रहा है कि वो नदी में डूब के मर गए हैं और उनकी डेड बॉडीज उनके इलाके में चली गई हैं तो वापस कर रहे हैं वो, जबकि ऐसा नहीं है। उनके साथ ब्रूटली जो है व्यवहार किया गया है, टॉर्चर किया गया है। अब अगर सरकार किसी भी इंटरनेशनल लेवल प्रेशर को डाल करके दोनों देशों के ऊपर ये बात आए और कोई मीडिएशन करके इस चीज को सुलझाए तो ज्यादा बेहतर होगा, क्योंकि आपस में दोनों सरकारों की जो बयानबाजी होगी या जो कमांडरों की बयानबाजी किसी हद तक होगी वो नुकसानदेह साबित होगी, क्योंकि उससे बात बढ़ेगी। ਭਾਰਤ ਚੀਨ ਦਾ ਬਾਰਡਰ ਹੈ, ਸਰਹੱਦ ਹੈ। ਗਲਵਾਨ ਘਾਟੀ ਦੇ ਵਿੱਚ ਜੋ ਕੁਝ ਬੀਤੇ ਸੋਮਵਾਰ ਦੀ ਰਾਤ ਨੂੰ ਹੋਇਆ, ਜੋ ਖੂਨੀ ਝੜਪ ਹੋਈ ਹੈ ਭਾਰਤੀ ਤੇ ਚੀਨੀ ਫੌਜੀਆਂ ਦੇ ਦਰਮਿਆਨ, ਬੜੇ ਦੁੱਖ ਵਾਲੀ ਗੱਲ ਹੈ ਕਿ ਸਾਡੇ 20 ਜਵਾਨ, ਭਾਰਤੀ ਫੌਜ ਦੇ 20 ਜਵਾਨ ਗਲਵਾਨ ਘਾਟੀ ਦੇ ਵਿੱਚ ਸ਼ਹੀਦ ਹੋ ਗਏ ਨੇ। ਚੀਨੀ ਫੌਜ ਨੇ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਸਾਡੇ ਫੌਜੀ ਜਵਾਨਾਂ ਤੇ, ਉਹ ਬੜਾ ਇੱਕ ਮੰਦਭਾਗਾ ਵੀ ਕਹਾਂਗੇ ਤੇ ਇੱਕ ਇਹ ਵੀ ਗੱਲ ਕਹਾਂਗੇ ਕਿ ਉਸ ਸਮੇਂ ਹਥਿਆਰ ਦੋਨਾਂ ਹੀ ਫੌਜਾਂ ਦੇ ਕੋਲ ਕੋਈ ਖਾਸ ਜ਼ਿਆਦਾ ਨਹੀਂ ਸੀ ਤੇ ਗੋਲੀ ਚੱਲਣ ਦੀ ਜਿਹੜੀ ਆ ਰਿਪੋਰਟਿੰਗ ਉਹ ਘੱਟ ਸਾਹਮਣੇ ਆਈ ਆ। ਚੀਨ ਦਾ ਇਤਿਹਾਸ ਰਿਹਾ ਕਿ ਉਹ ਆਪਣੀਆਂ ਜਿਹੜੀਆਂ ਮਹੱਤਵਪੂਰਨ ਜਾਣਕਾਰੀਆਂ ਹੁੰਦੀਆਂ ਨੇ ਉਹ ਦੁਨੀਆ ਦੇ ਨਾਲ ਸਾਂਝਾ ਨਹੀਂ ਕਰਦਾ, ਜਾਂ ਫਿਰ ਜੇਕਰ ਸਾਂਝਾ ਵੀ ਕਰਦਾ ਤਾਂ ਕਾਫੀ ਸਮੇਂ ਬਾਅਦ ਕਰਦਾ। ਚੀਨੀ ਜਿਹੜੇ ਪਦਾਰਥ ਨੇ ਉਹਨਾਂ ਦਾ ਬਾਈਕਾਟ ਪੂਰੇ ਤਰੀਕੇ ਦੇ ਨਾਲ ਕਰ ਦਿੱਤਾ ਜਾਵੇ ਤੇ ਇਸ ਦੇ ਨਾਲ ਹੋ ਸਕਦਾ ਕਿ ਚੀਨ ਨੂੰ ਥੋੜਾ ਸਬਕ ਮਿਲੇਗਾ। चीन ਜਿਹੜਾ है वो विस्तारवादी नीति अपनी अपनाए हुए है। ਉਹਦਾ मकसद है कि भी ज्यादा से ज्यादा कब्जा अपने देश से दूसरे के इलाके च करके अपने देश से शामिल किया जाए। ਹੁਣ भी उसका जो गलवान घाटी से आके बहन का मकसद एक ही है कि उस इलाके को वो स्ट्रेटेजिक पॉइंट ऑफ व्यू से अपने लिए बहुत ही महत्वपूर्ण मानता है। काराकोरम दर्रा जो है वो केवल 20 किलोमीटर आगे है, जिसको अभी कब्जे में वो चाइना और पाकिस्तान के कब्जे में हिस्सा है और चाइना और पाकिस्तान ने मिलकर वहाँ पर एक लिंक रोड बनाया अपने लिए आपस में आने जाने के लिए। ਸਤਿ ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਟੀਵੀ ਅਤੇ ਚੈਨਲ ਪੰਜਾਬੀ ਟੀਵੀ ਦੇਖ ਰਹੇ ਸਾਡੇ तमाम ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਤੇ ਮੈਂ ਰਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਗੱਲਬਾਤ ਲੈ ਕੇ। ਤੇ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ 1 ਘੰਟੇ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਝਾਅ ਤੇ ਵਿਚਾਰ ਨਾਲ ਲੈਂਦੇ ਰਹਿੰਦੇ ਆ ਤੇ ਸਕਰੀਨ ਦੇ ਹੇਠਾਂ ਜਿਹੜੇ ਨੰਬਰ ਫਲੈਸ਼ ਕੀਤੇ ਗਏ ਨੇ ਤੇ ਉਹਨਾਂ ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਕਿਸੇ ਵੀ ਸਮੇਂ ਜੁੜ ਸਕਦੇ ਹੋ। ਨੰਬਰ ਵੀ ਤੁਹਾਨੂੰ ਇੱਕ ਵਾਰ ਯਾਦ ਕਰਵਾ ਦਿੰਨੇ ਆ। ਜੇਕਰ ਤੁਸੀਂ ਇੰਡੀਆ ਦੇ ਵਿੱਚ ਬੈਠ ਕੇ ਸਾਨੂੰ ਕਾਲ ਕਰਨੀ ਚਾਹ ਰਹੇ ਹੋ ਤਾਂ ਤੁਹਾਨੂੰ ਡਾਇਲ ਕਰਨਾ ਪਵੇਗਾ ਸਾਡੇ ਪਟਾਲਾ ਸਟੂਡੀਓ ਦਾ ਨੰਬਰ 0175 5000 ਪੂਰਾ 156। ਤੇ ਜੇਕਰ ਤੁਸੀਂ ਇੰਡੀਆ ਤੋਂ ਬਾਹਰ ਕਿਸੇ ਵੀ ਦੇਸ਼ ਤੋਂ ਗੱਲ ਕਰ ਰਹੇ ਹੋ, ਬਾਹਰਲੇ ਮੁਲਕ ਦੇ ਵਿੱਚ ਬੈਠੇ ਹੋ, ਤਾਂ ਤੁਹਾਨੂੰ ਸਾਡਾ ਨੰਬਰ ਡਾਇਲ ਕਰਨਾ ਪਵੇਗਾ ਜੀ 201 301 2785। ਤੇ ਇਸ ਤੋਂ ਇਲਾਵਾ ਸਾਡਾ ਇੱਕ ਤੀਸਰਾ ਨੰਬਰ ਵੀ ਹੈ 888 923 2656। ਸੋ ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਲਾਈਵ ਆਪਣੀ ਗੱਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਇਸ ਤੋਂ ਇਲਾਵਾ ਫੇਸਬੁੱਕ ਦੇ ਉੱਪਰ ਵੀ ਸਾਡਾ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਇਸ ਸਮੇਂ ਲਾਈਵ ਦੇਖ ਰਹੇ ਹੋ। ਫੇਸਬੁੱਕ ਪੇਜ ਦੇ ਉੱਪਰ ਹੀ ਸਾਡੇ ਇਸ ਲਾਈਵ ਦੇ ਨਾਲ ਜੁੜ ਕੇ ਤੁਸੀਂ ਕਮੈਂਟਸ ਦੇ ਰਾਹੀਂ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਰੋਜ਼ਾਨਾ ਦੀ ਤਰ੍ਹਾਂ। ਤੇ ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਵਿਚਾਰ ਨੇ ਉਹ ਲੋਕਾਂ ਤੱਕ, ਦਰਸ਼ਕਾਂ ਤੱਕ ਸਾਹਮਣੇ ਰੱਖੇ ਜਾਣ, ਉਹਨਾਂ ਦੇ ਨਾਲ ਸਾਂਝੇ ਕੀਤੇ ਜਾਣ। ਸੋ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜੇਕਰ ਅਮਰੀਕਾ ਦੇ ਵਿੱਚ ਬੈਠੇ ਸਾਡੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖਣਾ ਚਾਹੁੰਦੇ ਨੇ ਤਾਂ ਗਲੋਬਲ ਪੰਜਾਬ ਟੀਵੀ ਤੇ ਜਾ ਕੇ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ। ਤੇ ਇਸੇ ਤਰ੍ਹਾਂ ਦੇ ਨਾਲ ਜੇਕਰ ਕੈਨੇਡਾ ਦੇ ਵਿੱਚ ਸਾਡੇ ਦਰਸ਼ਕ ਨੇ ਤਾਂ ਉਹ ਚੈਨਲ ਪੰਜਾਬੀ ਟੀਵੀ ਦੇ ਉੱਪਰ ਜਾ ਕੇ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ ਤੇ ਇਸ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਦੇਖ ਸਕਦੇ ਹੋ।
ਕੈਨੇਡਾ ਦੇ ਵਿੱਚ ਚੈਨਲ ਪੰਜਾਬੀ ਟੀਵੀ ਦੇਖਣ ਦੇ ਲਈ ਤੁਹਾਨੂੰ ਰੋਜ਼ਰਸ, ਬੈਲਸ਼ਾ ਤੇ ਟੈਲਸ ਦੀਆਂ ਸੇਵਾਵਾਂ ਜ਼ਰੂਰ ਲੈਣੀਆਂ ਪੈਣਗੀਆਂ। ਇਸ ਤੋਂ ਇਲਾਵਾ ਫੋਨ ਦੇ ਉੱਪਰ ਸਾਡੇ ਚੈਨਲਸ ਤੇ ਸਾਡੇ ਚੈਨਲ ਦੇ ਪ੍ਰੋਗਰਾਮ ਨੂੰ ਹਰ ਸਮੇਂ 24 ਘੰਟੇ ਦੇਖਣ ਦੇ ਲਈ ਤੁਸੀਂ ਸਾਡੀ ਜਿਹੜੀ ਚੈਨਲ ਦੀ ਐਪ ਹੈ ਉਹ ਵੀ ਡਾਊਨਲੋਡ ਕਰ ਸਕਦੇ ਹੋ। ਐਪਲ ਟੀਵੀ IP, ਐਂਡਰੋਇਡ ਤੇ iOS ਤੇ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਬਿਨਾਂ ਕਿਸੇ ਰੁਕਾਵਟ ਤੋਂ ਆਪਣੇ ਫੋਨ ਦੇ ਵਿੱਚ ਵੀ ਸਾਡੇ ਨਾਲ ਜੁੜ ਸਕਦੇ ਹੋ। ਸੋ ਆਓ ਦਰਸ਼ਕੋ, ਅੱਜ ਦਾ ਪ੍ਰੋਗਰਾਮ ਗਲੋਬਲ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਅੱਜ ਦੇ ਸਾਡੇ ਵਿਸ਼ੇ ਮੈਂ ਤੁਹਾਨੂੰ ਸਾਂਝੇ ਕਰ ਲੈਣਾ ਕਿ ਭਾਰਤ ਤੇ ਚੀਨ ਦੇ ਵਿਚਕਾਰ ਜੋ ਭਾਰਤ ਚੀਨ ਦਾ ਬਾਰਡਰ ਹੈ, ਸਰਹੱਦ ਹੈ, ਗਲਵਾਨ ਘਾਟੀ ਦੇ ਵਿੱਚ ਜੋ ਕੁਝ ਬੀਤੇ ਸੋਮਵਾਰ ਦੀ ਰਾਤ ਨੂੰ ਹੋਇਆ, ਜੋ ਖੂਨੀ ਝੜਪ ਹੋਈ ਹੈ ਭਾਰਤੀ ਤੇ ਚੀਨੀ ਫੌਜੀਆਂ ਦੇ ਦਰਮਿਆਨ, ਬੜੇ ਦੁੱਖ ਵਾਲੀ ਗੱਲ ਹੈ ਕਿ ਸਾਡੇ 20 ਜਵਾਨ, ਭਾਰਤੀ ਫੌਜ ਦੇ 20 ਜਵਾਨ ਗਲਵਾਨ ਘਾਟੀ ਦੇ ਵਿੱਚ ਸ਼ਹੀਦ ਹੋ ਗਏ ਨੇ। ਚੀਨੀ ਫੌਜ ਨੇ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਸਾਡੇ ਫੌਜੀ ਜਵਾਨਾਂ ਤੇ, ਉਹ ਬੜਾ ਇੱਕ ਮੰਦਭਾਗਾ ਵੀ ਕਹਾਂਗੇ ਤੇ ਇੱਕ ਇਹ ਵੀ ਗੱਲ ਕਹਾਂਗੇ ਕਿ ਉਸ ਸਮੇਂ ਹਥਿਆਰ ਦੋਨਾਂ ਹੀ ਫੌਜਾਂ ਦੇ ਕੋਲ ਕੋਈ ਖਾਸ ਜ਼ਿਆਦਾ ਨਹੀਂ ਸੀ ਤੇ ਗੋਲੀ ਚੱਲਣ ਦੀ ਜਿਹੜੀ ਆ ਰਿਪੋਰਟਿੰਗ ਉਹ ਘੱਟ ਸਾਹਮਣੇ ਆਈ ਆ ਤੇ ਜ਼ਿਆਦਾਤਰ ਜੋ ਹੁਣ ਤੱਕ ਸਾਹਮਣੇ ਆਈ ਆ ਕਿ ਚੀਨੀ ਸੈਨਾ ਵੱਲੋਂ, ਚੀਨੀ ਫੌਜੀਆਂ ਵੱਲੋਂ ਪੱਥਰਾਂ ਅਤੇ ਸੋਟੀਆਂ ਦੇ ਨਾਲ ਲਾਠੀਆਂ ਦੇ ਨਾਲ ਜਿਹੜਾ ਭਾਰਤੀ ਸੈਨਾ ਤੇ ਹਮਲਾ ਕੀਤਾ ਗਿਆ ਸੀ। ਭਾਰਤੀ ਜਵਾਨਾਂ ਨੇ ਵੀ ਚੀਨੀ ਫੌਜੀਆਂ ਦਾ ਇਸ ਹਮਲੇ ਦਾ ਜਵਾਬ ਦਿੱਤਾ। ਝੜਪ ਦੇ ਵਿੱਚ ਕੁਝ ਚੀਨੀ ਫੌਜੀ ਵੀ ਜਿਹੜੇ ਸ਼ਹੀਦ ਮਾਰੇ ਗਏ ਨੇ, ਲੇਕਿਨ ਕਿਉਂਕਿ ਚੀਨ ਦਾ ਇਤਿਹਾਸ ਰਿਹਾ ਕਿ ਉਹ ਆਪਣੀਆਂ ਜਿਹੜੀਆਂ ਮਹੱਤਵਪੂਰਨ ਜਾਣਕਾਰੀਆਂ ਹੁੰਦੀਆਂ ਨੇ ਉਹ ਦੁਨੀਆ ਦੇ ਨਾਲ ਸਾਂਝਾ ਨਹੀਂ ਕਰਦਾ, ਜਾਂ ਫਿਰ ਜੇਕਰ ਸਾਂਝਾ ਵੀ ਕਰਦਾ ਤਾਂ ਕਾਫੀ ਸਮੇਂ ਬਾਅਦ ਕਰਦਾ। ਬਿਲਕੁਲ ਠੀਕ ਇਸੇ ਤਰ੍ਹਾਂ ਦੇ ਨਾਲ ਹੁਣ ਚੀਨ ਹਾਲੇ ਤੱਕ ਇਹ ਨਹੀਂ ਦੱਸ ਰਿਹਾ ਦੁਨੀਆ ਨੂੰ ਕਿ ਇਸ ਝੜਪ ਦੇ ਵਿੱਚ ਉਸ ਤੇ ਕਿੰਨੇ ਫੌਜੀ ਮਾਰੇ ਗਏ ਨੇ। ਭਾਰਤ ਨੇ ਸਾਫ਼ ਕਰ ਦਿੱਤਾ ਕਿ ਜਿਹੜੇ ਸਾਡੇ ਭਾਰਤੀ ਫੌਜ ਦੇ 20 ਜਵਾਨ ਇਸ ਝੜਪ ਦੇ ਦੌਰਾਨ ਸ਼ਹੀਦ ਹੋਏ ਨੇ। ਸੋ ਇਸ ਤੋਂ ਬਾਅਦ ਹੁਣ ਭਾਰਤ ਦਾ ਕੀ ਰੁਖ ਹੋਣਾ ਚਾਹੀਦਾ ਚੀਨ ਨੂੰ ਲੈ ਕੇ, ਤੇ ਭਾਰਤ ਚੀਨ ਨੂੰ ਕਿਸ ਤਰ੍ਹਾਂ ਦੇ ਨਾਲ ਠੋਕਵਾਂ ਜਵਾਬ ਦੇਵੇ, ਇਹ ਸਾਡਾ ਵਿਸ਼ਾ ਅੱਜ ਦਾ। ਤੇ ਤੁਸੀਂ ਆਪਣੇ ਜਿਹੜੇ ਵਿਚਾਰ ਹੈ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡੀਆਂ ਜਿਹੜੀਆਂ ਤਿੰਨੋਂ ਫੋਨ ਲਾਈਨਸ ਨੇ ਉਹ ਖੁੱਲੀਆਂ ਨੇ। ਤੁਸੀਂ ਹੁਣ 1 ਘੰਟੇ ਤੱਕ ਕਿਸੇ ਵੀ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਗੱਲਬਾਤ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਭਾਰਤ ਨੂੰ ਹੁਣ ਚੀਨ ਨੂੰ ਕਿਸ ਤਰ੍ਹਾਂ ਦੇ ਨਾਲ ਠੋਕਵਾਂ ਜਵਾਬ ਦੇਣਾ ਚਾਹੀਦਾ। ਕਈ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇੰਡੀਆ ਦੇ ਲੋਕ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਛਾ ਰੱਖਿਆ ਕਿ ਚੀਨੀ ਜਿਹੜੇ ਪਦਾਰਥ ਨੇ ਉਹਨਾਂ ਦਾ ਬਾਈਕਾਟ ਪੂਰੇ ਤਰੀਕੇ ਦੇ ਨਾਲ ਕਰ ਦਿੱਤਾ ਜਾਵੇ ਤੇ ਇਸ ਦੇ ਨਾਲ ਹੋ ਸਕਦਾ ਕਿ ਚੀਨ ਨੂੰ ਥੋੜਾ ਸਬਕ ਮਿਲੇਗਾ, ਕਿਉਂਕਿ ਚੀਨ ਦੇ ਮਾਲ ਦੀ ਜਿਹੜੀ ਸਭ ਤੋਂ ਜ਼ਿਆਦਾ ਖਪਤ ਉਹ ਇੰਡੀਆ ਦੇ ਵਿੱਚ ਹੀ ਹੁੰਦੀ ਆ। ਇੱਕ ਚੀਨ ਦੇ ਲਈ, ਜੋ ਚੀਨ ਦੇ ਵਪਾਰਕ ਅਦਾਰੇ ਨੇ, ਉਹਦੇ ਲਈ ਭਾਰਤ ਜਿਹੜਾ ਇੱਕ ਵਿਸ਼ਾਲ ਇੱਕ ਮੰਡੀ ਹੈ ਜਿੱਥੇ ਉਹ ਆਪਣੀਆਂ ਵਸਤੂਆਂ ਨੂੰ, ਚੀਜ਼ਾਂ ਨੂੰ ਵੇਚਦਾ ਤੇ ਵੱਡੇ ਪੱਧਰ ਤੇ ਚੀਨ ਦੀਆਂ ਚੀਜ਼ਾਂ ਭਾਰਤ ਦੇ ਵਿੱਚ ਵਿਕਦੀਆਂ ਵੀ ਨੇ। ਕੀ ਇਹ ਵੀ ਹੱਲ ਹੋ ਸਕਦਾ? ਇਸ ਬਾਰੇ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਉਮੀਦ ਕਰਦੇ ਹਾਂ ਕਿ ਜਲਦੀ ਤੁਸੀਂ ਆਪਣੇ ਜਿਹੜੇ ਸੁਝਾਅ ਆ ਉਹ ਸਾਡੇ ਨਾਲ ਸਾਂਝੇ ਕਰੋਗੇ। ਸੋ ਇਹ ਪੂਰਾ ਘਟਨਾ ਕਿਸ ਤਰੀਕੇ ਨਾਲ ਵਾਪਰੀ ਹੈ ਇਸ ਤੇ ਵੀ ਥੋੜਾ ਚਰਚਾ ਕਰਨੀ ਬਣਦੀ ਹੈ। ਗਲਵਾਨ ਘਾਟੀ LAC ਦੇ ਬਿਲਕੁਲ ਕਰੀਬ ਹੈ। LAC ਯਾਨੀ ਕਿ ਲਾਈਨ ਆਫ ਐਕਚੁਅਲ ਕੰਟਰੋਲ, ਜਿਸ ਨੂੰ ਕਿ 1962 ਦੀ ਜੰਗ ਤੋਂ ਬਾਅਦ ਜਿਹੜਾ ਕਿ ਇੱਕ ਲਾਈਨ ਜੋ ਸਰਹੱਦ ਸੀ ਉਹ ਬਣਾ ਦਿੱਤੀ ਗਈ ਸੀ ਤੇ ਗਲਵਾਨ ਘਾਟੀ ਉਦੋਂ ਤੋਂ ਹੀ ਭਾਰਤ ਦਾ ਜਿਹੜਾ ਹਿੱਸਾ ਰਹੀ ਹੈ। ਲੇਕਿਨ ਚੀਨ ਜਿਸ ਤਰੀਕੇ ਦੇ ਨਾਲ, ਚੀਨ ਦੀ ਫਿਤਰਤ ਹੈ ਕਿ ਹੌਲੀ ਹੌਲੀ ਆਪਣੇ ਜਿਹੜੇ ਗਵਾਂਢੀ ਦੇਸ਼ ਨੇ ਉਹਨਾਂ ਦੀ ਸੀਮਾ ਦੇ ਅੰਦਰ ਦਾਖਲ ਹੋ ਕੇ ਉਹਨਾਂ ਦੀਆਂ ਜ਼ਮੀਨਾਂ ਦੀ ਹੜੱਪਣ ਦਾ ਜਿਹੜਾ ਚੀਨੀਆਂ ਦਾ ਜਿਹੜਾ ਇੱਕ ਰਿਵਾਜ ਹੈ ਉਹ ਲਗਾਤਾਰ ਉਸੇ ਤਰੀਕੇ ਦੇ ਨਾਲ ਉਹ ਕਰ ਰਹੇ ਨੇ। ਚਾਹੇ ਅਸੀਂ ਭੂਟਾਨ ਦੀ ਗੱਲ ਕਰ ਲਈਏ, ਭੂਟਾਨ ਨੂੰ ਜਿਸ ਤਰੀਕੇ ਦੇ ਨਾਲ ਚੀਨ ਕਬਜ਼ਾ ਕਰੀ ਬੈਠਾ ਉਹ ਪੂਰੀ ਦੁਨੀਆ ਨੂੰ ਪਤਾ। ਤੇ ਇਸ ਤੋਂ ਇਲਾਵਾ ਭਾਰਤ ਦੀ ਸਰਜ਼ਮੀਨ ਤੇ ਵੀ ਚੀਨ ਦੀ ਜਿਹੜੀ ਮਾੜੀ ਨਜ਼ਰ ਆ ਉਹ ਹਮੇਸ਼ਾ ਹੀ ਰਹਿੰਦੀ ਹੈ। ਤੇ ਗਲਵਾਨ ਘਾਟੀ ਦੇ ਵਿੱਚ ਵੀ ਹੁਣ ਜਿਹੜੇ ਚੀਨੀ ਫੌਜੀ ਆ ਕੇ, ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਚੀਨੀ ਫੌਜੀਆਂ ਨੇ ਗਲਵਾਨ ਘਾਟੀ ਦੇ ਅੰਦਰ ਆ ਕੇ ਉੱਥੇ ਜਿਹੜਾ ਟੈਂਟ ਲਗਾਇਆ ਸੀ, ਇਸ ਦੇ ਲਈ ਜਿਹੜੇ ਭਾਰਤੀ ਫੌਜੀ ਜਵਾਨ ਸੀ, ਜੋ ਕਰਨਲ ਸੀ, ਉਹ ਲਗਾਤਾਰ ਚੀਨੀ ਫੌਜੀਆਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੂੰ ਉਹ ਟੈਂਟ ਉਖਾੜਨ ਦੇ ਲਈ ਆਖ ਰਹੇ ਸੀ। ਬਾਰ-ਬਾਰ ਭਾਰਤੀ ਫੌਜ ਨੇ ਚੀਨੀ ਫੌਜ ਨੂੰ ਚੇਤਾਵਨੀ ਵੀ ਦਿੱਤੀ ਕਿ
ਇੱਥੇ ਤੁਸੀਂ ਟੈਂਟ ਨਹੀਂ ਲਗਾ ਸਕਦੇ, ਟੈਂਟ ਤੁਹਾਨੂੰ ਚੁੱਕ ਕੇ ਵਾਪਸ ਆਪਣੀ ਸਰਹੱਦ ਦੇ ਵਿੱਚ ਜਾਣਾ ਪਊਗਾ। ਸੋ 2 ਦਿਨ ਦੇ ਇੰਤਜ਼ਾਰ ਤੋਂ ਬਾਅਦ ਵੀ ਜਦੋਂ ਚੀਨੀ ਫੌਜ ਨੇ ਗਲਵਾਨ ਘਾਟੀ ਦੇ ਵਿੱਚ ਲਾਏ ਆਪਣੇ ਜਿਹੜੇ ਟੈਂਟ ਨੇ ਉਹ ਨਹੀਂ ਚੁੱਕੇ, ਤੇ ਭਾਰਤੀ ਫੌਜ ਵੱਲੋਂ ਫਿਰ ਦੱਸਿਆ ਹੀ ਜਾ ਰਿਹਾ ਕਿ ਆਖਿਰਕਾਰ ਥੱਕ ਹਾਰ ਕੇ ਕਿ ਭਾਰਤੀ ਫੌਜ ਨੇ ਇਸ ਚੀਨੀ ਫੌਜ ਦੇ ਜੋ ਟੈਂਟ ਲਗਾਇਆ ਸੀ ਉਸ ਨੂੰ ਅੱਗ ਲਗਾ ਦਿੱਤੀ, ਤੇ ਇਸੇ ਤੋਂ ਬਾਅਦ ਹੀ ਜਿਹੜੇ ਚੀਨੀ ਫੌਜ ਆ ਉਸਨੇ ਹਮਲਾ ਭਾਰਤੀ ਸੈਨਾ ਦੇ ਉੱਪਰ ਕਰ ਦਿੱਤਾ। ਝੜਪ ਹੋਈ, ਹਾਲਾਂਕਿ ਗੋਲੀਬਾਰੀ ਇਸ ਝੜਪ ਦੇ ਦੌਰਾਨ ਨਹੀਂ ਹੋਈ, ਕੋਈ ਗੋਲੀ ਨਹੀਂ ਚੱਲੀ, ਇਹੀ ਦੱਸਿਆ ਜਾ ਰਿਹਾ। ਤੇ ਲੇਕਿਨ ਜਿਹੜਾ ਪੱਥਰਾਂ ਦੇ ਨਾਲ, ਕਿਉਂਕਿ ਕੁਝ ਚੀਨੀ ਜਿਹੜੇ ਫੌਜੀ ਨੇ ਉਹ ਚੋਟੀ ਦੇ ਉੱਪਰ ਬੈਠੇ ਸੀ ਤੇ ਉਹਨਾਂ ਨੇ ਉੱਪਰਲੀ ਥਾਂ ਤੋਂ ਹੇਠਾਂ ਭਾਰਤੀ ਫੌਜ ਜਿਹੜੀ ਮੌਜੂਦ ਸੀ, ਸਾਡੇ ਜਵਾਨ ਮੌਜੂਦ ਸੀ, ਉਹਨਾਂ ਦੇ ਪੱਥਰਾਂ ਦੇ ਨਾਲ ਉਹਨਾਂ ਨੇ ਹਮਲਾ ਵੀ ਕੀਤਾ ਗਿਆ। ਕੁਝ ਸੋਟੀਆਂ ਦੇ ਉੱਪਰ ਕੰਡਿਆਲੀ ਤਾਰ ਵੀ ਚੀਨੀ ਫੌਜ ਨੇ ਲਪੇਟ ਕੇ ਰੱਖੀ ਹੋਈ ਸੀ ਤੇ ਉਹਦੇ ਨਾਲ ਵੀ ਹਮਲਾ ਕੀਤਾ ਗਿਆ, ਜਿਸ ਦੀ ਕਿ ਹੁਣ ਨਿੰਦਾ ਕੀਤੀ ਜਾ ਰਹੀ ਹੈ। ਇਸ ਦੇ ਲਈ ਚੀਨ ਨੂੰ ਸ਼ਰਮਿੰਦਾ ਵੀ ਹੋਣਾ ਪਊਗਾ। ਤੇ ਲੇਕਿਨ ਇਸੇ ਹਮਲੇ ਦੇ ਵਿੱਚ ਜਿਹੜੇ ਸਾਡੇ ਕੁਝ ਭਾਰਤੀ ਫੌਜ ਦੇ ਜਵਾਨ ਸੀ ਉਹ ਪੱਥਰਾਂ ਤੋਂ ਬਚਣ ਦੇ ਲਈ ਜਿਹੜੀ ਨਾਲ ਨਦੀ ਵਗ ਰਹੀ ਸੀ ਉਸ ਦੇ ਵਿੱਚ ਉਹਨਾਂ ਨੇ ਛਾਲਾਂ ਵੀ ਮਾਰੀਆਂ, ਤੇ ਲੇਕਿਨ ਦੱਸਿਆ ਹੀ ਜਾ ਰਿਹਾ ਕਿ ਨਦੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਸੀ ਤੇ ਪਾਣੀ ਵੀ ਬਹੁਤ ਜ਼ਿਆਦਾ ਠੰਡਾ ਸੀ, ਕਿਉਂਕਿ ਬਹੁਤ ਜ਼ਿਆਦਾ ਉਚਾਈ ਤੇ ਗਲਵਾਨ ਘਾਟੀ ਮੌਜੂਦ ਹੈ ਤੇ ਟੈਂਪਰੇਚਰ ਵੀ ਉੱਥੇ ਮਾਈਨਸ ਹੀ ਰਹਿੰਦਾ, ਤੇ ਇਸ ਕਰਕੇ ਪਾਣੀ ਜ਼ਿਆਦਾ ਠੰਡਾ ਸੀ। ਇਸ ਦੇ ਵੀ ਇੱਕ ਵਜ੍ਹਾ ਦੱਸੀ ਜਾ ਰਹੀ ਹੈ ਕਿ ਜਿਹੜੇ ਫੌਜੀਆਂ ਨੇ, ਸਾਡੇ ਜਵਾਨਾਂ ਨੇ ਨਦੀ ਦੇ ਵਿੱਚ ਛਲਾਂਗਾਂ ਲਗਾਈਆਂ ਤੇ ਉਹਨਾਂ ਦੀ ਵੀ ਜਿਹੜੀ ਹੈਗੀ ਆ ਕਿ ਮੌਤ ਹੋਈ ਆ, ਤੇ ਉਹ ਜਿਹੜੇ ਦੇਸ਼ ਦੇ ਲਈ ਹੁਣ ਉਹਨਾਂ ਨੇ ਵੀਰ ਗਤੀ ਪ੍ਰਾਪਤ ਕਰ ਲਈ ਆ, ਦੇਸ਼ ਦੇ ਲਈ ਸ਼ਹੀਦ ਹੋਏ ਨੇ। ਸੋ ਟੋਟਲ ਸਾਡੇ 20 ਜਵਾਨ ਇਸ ਝੜਪ ਦੇ ਦੌਰਾਨ ਸ਼ਹੀਦ ਹੋਏ ਨੇ ਤੇ ਸਾਡੇ ਪੰਜਾਬ ਦੇ 4 ਜਵਾਨ ਇਸ ਦੇ ਵਿੱਚ ਸ਼ਾਮਿਲ ਨੇ। ਜਵਾਨ ਗੁਰਦਾਸਪੁਰ ਦਾ ਸਾਡਾ ਇੱਕ ਜਵਾਨ ਹੈ, ਪਟਿਆਲਾ ਤੋਂ, ਇੱਕ ਸੰਗਰੂਰ ਤੋਂ ਤੇ ਇੱਕ ਮਾਨਸਾ ਤੋਂ। ਮੈਂ ਨਾਮ ਜ਼ਰੂਰ ਇਹਨਾਂ ਜਵਾਨਾਂ ਦੇ, ਸ਼ਹੀਦ ਹੋਏ ਜਵਾਨਾਂ ਦੇ ਜ਼ਰੂਰ ਲਵਾਂਗਾ। ਇਹ ਸਾਡੇ ਸੰਗਰੂਰ ਤੋਂ ਸਾਡੇ ਜਵਾਨ ਗੁਰਵਿੰਦਰ ਸਿੰਘ ਸ਼ਹੀਦ ਹੋਏ ਨੇ ਗਲਵਾਨ ਘਾਟੀ ਦੇ ਵਿੱਚ। ਮਾਨਸਾ ਤੋਂ ਜਵਾਨ ਗੁਰਤੇਜ ਸਿੰਘ ਨੇ ਤੇ ਗੁਰਦਾਸਪੁਰ ਤੋਂ ਸਤਨਾਮ ਸਿੰਘ ਨੇ, ਨਾਇਬ ਸੂਬੇਦਾਰ ਦੇ ਰੈਂਕ ਤੇ ਸੀ। ਤੇ ਇਸੇ ਤਰ੍ਹਾਂ ਦੇ ਨਾਲ ਪਟਿਆਲਾ ਤੋਂ ਮਨਦੀਪ ਸਿੰਘ ਨੇ, ਇਹ ਵੀ ਨਾਇਬ ਸੂਬੇਦਾਰ ਦੇ ਰੈਂਕ ਤੇ ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ। ਸੋ ਦੇਸ਼ ਦੇ ਇਹਨਾਂ 20 ਸਪੂਤਾਂ ਦੀ ਸ਼ਹੀਦਾਂ ਦੇ ਵਿੱਚ ਜੋ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚ ਸਾਡੇ ਪੰਜਾਬ ਦੇ ਵੀ 4 ਜਵਾਨ ਸ਼ਾਮਿਲ ਨੇ। ਜ਼ਾਹਿਰ ਹੈ ਕਿ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਤਾਂ ਪੈ ਗਿਆ, ਲੇਕਿਨ ਪਰਿਵਾਰ ਫਖਰ ਵੀ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਦੇ ਪੁੱਤਰ ਨੇ ਦੇਸ਼ ਦੀ ਰੱਖਿਆ ਦੇ ਲਈ ਆਪਣੀ ਜਿਹੜੀ ਆ ਜਾਨ ਉਹ ਨਿਸ਼ਾਵਰ ਕਰ ਦਿੱਤੀ ਹੈ। ਸੋ ਇਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ। ਰਿਟਾਇਰਡ ਕਰਨਲ ਨੇ ਸਾਡੇ ਨਾਲ ਸੱਜਣ ਪ੍ਰਕਾਸ਼ ਜੀ, ਉਹਨਾਂ ਦੇ ਨਾਲ ਵੀ ਅਸੀਂ ਫੋਨ ਲਾਈਨ ਤੇ ਗੱਲ ਕਰਾਂਗੇ ਤੇ ਉਹਨਾਂ ਦੇ ਸੁਝਾਅ ਵੀ ਅਸੀਂ ਜ਼ਰੂਰ ਲਵਾਂਗੇ ਕਿ ਹੁਣ ਭਾਰਤ ਦੀ ਅਗਲੀ ਰਣਨੀਤੀ ਇਸ ਵਿਸ਼ੇ ਨੂੰ ਲੈ ਕੇ ਕੀ ਹੋ ਸਕਦੀ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਜੁੜਨ ਦੀ ਸੱਜਣ ਪ੍ਰਕਾਸ਼ ਜੀ ਦੇ ਨਾਲ, ਰਿਟਾਇਰਡ ਕਰਨਲ ਨੇ, ਤੇ ਇਸ ਵਿਸ਼ੇ ਤੇ, ਕਿਉਂਕਿ ਭਾਰਤ ਚੀਨ ਦਾ ਜੋ ਖੂਨੀ ਝੜਪ ਦਾ ਜੋ ਵਿਸ਼ਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਉਸ ਨੂੰ ਗੌਰ ਦੇ ਨਾਲ ਦੇਖਿਆ ਜਾ ਰਿਹਾ। ਹਾਲਾਂਕਿ ਪ੍ਰਧਾਨ ਮੰਤਰੀ ਵੀ ਆ ਗਏ ਨੇ, ਪ੍ਰਧਾਨ ਮੰਤਰੀ ਨੇ ਵੀ ਅੱਜ ਦੇਸ਼ ਦੇ ਜਿਹੜੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਸੀ ਉਹਨਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਕਰਨ ਤੋਂ ਪਹਿਲਾਂ ਦੇਸ਼ ਨੂੰ ਸੰਬੋਧਨ ਵੀ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ, ਦੇਸ਼ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਇਹਨਾਂ ਜਵਾਨਾਂ ਦਾ ਜੋ ਸ਼ਹਾਦਤ ਹੈ ਉਹ ਵਿਅਰਥ ਨਹੀਂ ਜਾਏਗੀ। ਉਹਨਾਂ ਇਹ ਵੀ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਹਮੇਸ਼ਾ ਹੀ ਸ਼ਾਂਤੀ ਚਾਹੁੰਦਾ ਹੈ, ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਸ਼ਾਂਤੀ ਵਾਲੇ ਤੇ ਸਦਭਾਵਨਾ ਵਾਲੇ ਸੰਬੰਧ ਰੱਖਣਾ ਚਾਹੁੰਦਾ ਹੈ। ਪਰ ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸਾਡਾ ਗੁਆਂਢੀ ਦੇਸ਼ ਇਸ ਤਰ੍ਹਾਂ ਦਾ ਕੋਈ ਘਟੀਆ ਜਿਹੜਾ ਹੈਗਾ ਕੰਮ ਕਰੇਗਾ ਤਾਂ ਉਸ ਦਾ ਜਿਹੜਾ ਹੈ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਜਾਵੇਗਾ। ਸੋ ਫੋਨ ਲਾਈਨ ਤੇ ਅਸੀਂ ਕੋਸ਼ਿਸ਼ ਕਰਾਂਗੇ ਸੱਜਣ ਪ੍ਰਕਾਸ਼ ਜੀ ਦੇ ਨਾਲ ਜੁੜਨ ਦੇ ਲਈ ਜਲਦੀ। ਰਿਟਾਇਰਡ ਕਰਨਲ ਨੇ, ਇਸ ਵਿਸ਼ੇ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਕਰੋਨਾ ਵਾਇਰਸ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਤੇ ਜਲੰਧਰ ਦੇ ਵਿੱਚ ਇਕੱਠੇ ਹੀ ਅੱਜ 31 ਜਿਹੜੇ ਮਾਮਲੇ ਨੇ, ਨਵੇਂ ਕੇਸ ਨੇ ਉਹ ਸਾਹਮਣੇ ਆਏ ਨੇ। ਲੁਧਿਆਣਾ ਦੇ ਵਿੱਚ ਵੀ 40 ਦੇ ਕਰੀਬ ਨਵੇਂ ਕੇਸ ਦੱਸੇ ਜਾ ਰਹੇ ਨੇ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ 3497 ਟੋਟਲ
ਕਰੋਨਾ ਵਾਇਰਸ ਦੇ ਜਿਹੜੇ ਪੋਜ਼ਿਟਿਵ ਮਾਮਲੇ ਨੇ ਉਹ ਸਾਹਮਣੇ ਆਏ ਨੇ ਤੇ ਇਸ ਸਮੇਂ 881 ਜਿਹੜੇ ਮਰੀਜ਼ ਨੇ ਉਹ ਐਕਟਿਵ ਨੇ, ਜਿਨ੍ਹਾਂ ਦਾ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ, ਆਈਸੋਲੇਸ਼ਨ ਵਾਰਡ ਦੇ ਵਿੱਚ ਉਹ ਭਰਤੀ ਨੇ। ਸੋ ਲਗਾਤਾਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਕਹਿਰ ਮਚਾ ਰਿਹਾ, ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਫੈਲਿਆ ਹੋਇਆ, ਦਿੱਲੀ ਸਰਕਾਰ ਕਾਫੀ ਚਿੰਤਤ ਹੈ ਤੇ ਪੰਜਾਬ ਸਰਕਾਰ ਦੀਆਂ ਵੀ ਚਿੰਤਾਵਾਂ ਦੇ ਵਿੱਚ ਵਾਧਾ ਹੋ ਰਿਹਾ। ਇਸੇ ਕਰਕੇ ਲੋਕਡਾਊਨ ਵੀਕਐਂਡ ਦੇ ਵਿੱਚ ਲਗਾਇਆ ਗਿਆ। ਸੋ ਜਲੰਧਰ ਦੇ ਵਿੱਚ ਇਸ ਸਮੇਂ ਹਾਲਾਤ ਕਿਸ ਤਰ੍ਹਾਂ ਦੇ ਨੇ, ਸਾਡੇ ਨਾਲ ਸਾਡੇ ਸਹਿਯੋਗੀ ਪੱਤਰਕਾਰ ਮਨਵੀਰ ਸੱਭਰਵਾਲ ਜੁੜ ਚੁੱਕੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਨਵੀਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਜੀ ਸਰ, ਥੈਂਕ ਯੂ ਜੀ। ਮਨਵੀਰ, ਕਿੰਨੇ ਮਾਮਲੇ ਜਿਹੜੇ ਹੈਗੇ ਨੇ ਇੱਕ ਦਿਨ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਜਲੰਧਰ ਦੇ ਵਿੱਚ, ਤੇ ਇਹ ਵੀ ਦੱਸੋ ਕਿ ਕਿੰਨੇ ਕੁ ਜਿਹੜੇ ਕੰਟੇਨਮੈਂਟ ਜ਼ੋਨ ਹੁਣ ਤੱਕ ਸ਼ਹਿਰ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਬਣ ਗਏ ਨੇ? ਜੀ ਬਿਲਕੁਲ, ਜਲੰਧਰ ਦੀ ਜੇ ਆਪਾਂ ਗੱਲ ਦੇ ਵਿੱਚ ਲਗਾਤਾਰ ਜਿਹੜਾ ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈਗਾ। ਜੇ ਆਪਾਂ ਗੱਲ ਕਰੀਏ ਤਾਂ ਜੇ ਕੱਲ ਦੀ ਗੱਲ ਕਰੀਏ ਤਾਂ ਕੱਲ ਵੀ ਜਿਹੜੇ 31 ਮਾਮਲੇ ਆਏ ਸਨ, ਜੇ ਅੱਜ ਗੱਲ ਕਰੀਏ ਤੇ ਅੱਜ ਜਿਹੜੇ 33 ਮਾਮਲੇ ਆਏ ਹਨ। 31 ਮਾਮਲੇ ਸਵੇਰੇ ਆਏ ਸਨ, ਉਸ ਤੋਂ ਬਾਅਦ 2 ਮਾਮਲੇ ਹੋਰ ਆਏ ਹਨ। ਜਦ ਇਸ ਬਾਰੇ ਜਦੋਂ ਅਸੀਂ ਗੱਲਬਾਤ ਕੀਤੀ ਇੱਥੋਂ ਦੇ ਸਹਾਇਕ ਸਿਹਤ ਅਫਸਰ TP ਸਿੰਘ ਜੀ ਨਾਲ, ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਬਾਹਰ ਸਾਡੇ ਆ ਰਹੇ ਲੋਕ, ਉਹਨਾਂ ਦੀ ਜਿਹੜੀ ਟੈਸਟਿੰਗ ਕੀਤੀ ਜਾ ਰਹੀ ਹੈ, ਉਹਨਾਂ ਦੇ ਜਿਹੜੇ ਮਾਮਲੇ ਜਿਹੜੇ ਪੋਜ਼ਿਟਿਵ ਆ ਰਹੇ ਹਨ। ਤਾਂ ਉਸ ਦੇ ਨਾਲ ਹੀ ਜੇ ਜ਼ੋਨ ਦੀ ਗੱਲ ਕਰੀਏ ਤੇ ਜ਼ੋਨ ਦੇ ਪੂਰੇ ਜਲੰਧਰ ਦੇ ਵਿੱਚ ਹੀ ਜਿਹੜਾ ਕਰੋਨਾ ਵਾਇਰਸ ਇਸ ਵੇਲੇ ਫੈਲਿਆ ਹੋਇਆ, ਜਿਸ ਤਰ੍ਹਾਂ ਕਿ ਮਰਨ ਵਾਲਿਆਂ ਦੀ ਵੀ ਗਿਣਤੀ ਜਿਹੜੀ 13 ਜਲੰਧਰ ਦੇ ਵਿੱਚ ਹੋ ਗਈ ਹੈ। ਕਾਫੀ ਹਾਲਾਤ ਜਿਹੜੇ ਨਾਜ਼ੁਕ ਬਣੇ ਹੋਏ ਹਨ, ਕਿਉਂਕਿ ਜਲੰਧਰ ਦੇ ਲੋਕਾਂ ਦੀ ਜੇ ਗੱਲ ਕਰੀਏ ਤੇ ਉਹ ਵੀ ਕਾਫੀ ਲਾਪਰਵਾਹੀਆਂ ਕਰਦੇ ਨਜ਼ਰ ਆ ਰਹੇ ਹਨ। ਉੱਥੇ ਸਵਾਸਥ ਵਿਭਾਗ ਦੀਆਂ ਵੀ ਕਾਫੀ ਲਾਪਰਵਾਹੀਆਂ ਬੀਤੇ ਦਿਨੀ ਨਜ਼ਰ ਆਈਆਂ ਹਨ, ਜਿਹਦੇ ਕਾਰਨ ਜਿਹੜਾ ਇਹ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ। ਅੱਛਾ ਮਨਵੀਰ, ਇਸ ਤੋਂ ਇਲਾਵਾ ਠੀਕ ਹੈ, ਪੰਜਾਬ ਸਰਕਾਰ ਨੇ, ਸਿਹਤ ਵਿਭਾਗ ਨੇ ਜਿਹੜਾ ਵੀਕਐਂਡ ਤੇ ਹੁਣ ਲੋਕਡਾਊਨ ਸ਼ਨੀਵਾਰ ਐਤਵਾਰ ਦਾ ਰੱਖਿਆ, ਇਸ ਤੋਂ ਇਲਾਵਾ ਕੀ ਜਿਸ ਤਰੀਕੇ ਦੇ ਨਾਲ ਜਲੰਧਰ ਜ਼ਿਲ੍ਹੇ ਦੇ ਵਿੱਚ ਮਾਮਲੇ ਲਗਾਤਾਰ ਵੱਧ ਰਹੇ ਨੇ, ਕੋਈ ਡਿਪਟੀ ਕਮਿਸ਼ਨਰ ਆਪਣੇ ਵੱਲੋਂ ਵੀ ਕੁਝ ਇਹਦੇ ਵਿੱਚ ਐਡ ਕਰ ਸਕਦੇ ਨੇ ਜਾਂ ਹੋਰ ਬੰਦਿਸ਼ਾਂ ਲਗਾ ਸਕਦੇ ਨੇ, ਜਾਂ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੋਵੇ? ਬਿਲਕੁਲ, ਜ਼ਿਲ੍ਹਾ ਪ੍ਰਸ਼ਾਸਨ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਖਤੀ ਕਰਨੀ ਪਵੇਗੀ, ਕਿਉਂਕਿ ਜਲੰਧਰ ਦੇ ਵਿੱਚ ਜਿਹੜਾ ਹੈ ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਉੱਥੇ ਜੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ, ਅਵੇਅਰਨੈਸ ਲਈ ਆਟੋ ਚਲਾਏ ਗਏ ਹਨ ਜਾਂ ਕਾਫੀ ਮੁਹਿੰਮਾਂ ਚਲਾਈਆਂ ਗਈਆਂ ਹਨ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ, ਪਰ ਕੁਝ ਲੋਕ ਜਿਹੜੇ ਫਿਰ ਵੀ ਲਾਪਰਵਾਹੀ ਕਰਦੇ ਨਜ਼ਰ ਆ ਰਹੇ ਹਨ। ਅੱਛਾ ਮਨਵੀਰ, ਲੋਕਾਂ ਦੀ ਕਿੰਨੀ ਕੁ ਗਲਤੀ ਤੁਸੀਂ ਇਸ ਦੇ ਵਿੱਚ ਮੰਨਦੇ ਹੋ, ਕਿਉਂਕਿ ਪ੍ਰਸ਼ਾਸਨ ਆਪਣੇ ਵੱਲੋਂ ਜਿਹੜਾ ਉਹ ਉਪਰਾਲੇ ਕਰ ਰਿਹਾ? ਠੀਕ ਹੈ, ਮਨਵੀਰ ਨਾਲ ਅਸੀਂ ਦੁਬਾਰਾ ਤੋਂ ਫਿਰ ਤੋਂ ਸੰਪਰਕ ਕਰਾਂਗੇ। ਕੁਝ ਫੋਨ ਲਾਈਨ ਦੇ ਵਿੱਚ ਰੁਕਾਵਟ ਆਉਣ ਦੇ ਕਾਰਨ ਸਾਡਾ ਜਿਹੜਾ ਸੰਪਰਕ ਹੈ ਉਹ ਮਨਵੀਰ ਸੱਭਰਵਾਲ ਦੇ ਨਾਲ ਇਸ ਸਮੇਂ ਨਹੀਂ ਰਿਹਾ। ਸੋ ਲਗਾਤਾਰ ਕਰੋਨਾ ਵਾਇਰਸ ਤੇ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਜਿਸ ਤਰੀਕੇ ਦੇ ਨਾਲ ਭਾਰਤ ਤੇ ਚੀਨ ਦੇ ਸਰਹੱਦ ਦੇ ਉੱਤੇ ਜਿਸ ਤਰੀਕੇ ਨਾਲ ਇਹ ਖੂਨੀ ਝੜਪ ਹੋਈ ਹੈ, ਪੰਜਾਬ ਨੇ ਵੀ, ਸਾਡੀ ਜਿਹੜੀਆਂ 4 ਮਾਵਾਂ ਨੇ ਉਹਨਾਂ ਨੇ ਵੀ ਆਪਣੇ 4 ਪੁੱਤ ਦੇਸ਼ ਦੇ ਲਈ ਹੁਣ ਸ਼ਹੀਦ ਕੀਤੇ ਨੇ। ਕੁੱਲ ਇੰਡੀਆ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਾਡੇ 20 ਫੌਜੀ ਜਵਾਨ ਇਸ ਖੂਨੀ ਝੜਪ ਦੇ ਵਿੱਚ ਸ਼ਹੀਦ ਹੋਏ ਨੇ। ਹਾਲਾਂਕਿ ਭਾਰਤ ਇਹ ਦਾਅਵਾ ਕਰ ਰਿਹਾ, ਭਾਰਤੀ ਫੌਜ ਇਹ ਦਾਅਵਾ ਕਰ ਰਹੀ ਹੈ ਕਿ ਇਸ ਝੜਪ ਦੇ ਵਿੱਚ ਚੀਨ ਦੇ ਵੀ 35 ਤੋਂ ਲੈ ਕੇ ਜਿਹੜੇ 40 ਫੌਜੀ ਨੇ ਉਹ ਮਾਰੇ ਗਏ ਨੇ। ਪਰ ਕਿਉਂਕਿ ਦੇਖੋ ਚੀਨ ਦਾ ਇਤਿਹਾਸ ਰਿਹਾ, ਉਹ ਕਦੇ ਵੀ ਜਿਹੜੀ ਆਪਣੀ ਜਾਣਕਾਰੀ ਹੈ ਉਹ ਜਲਦੀ ਸਾਂਝੀ ਨਹੀਂ ਕਰਦਾ ਦੁਨੀਆ ਦੇ ਨਾਲ, ਤੇ ਇਸ ਮਾਮਲੇ ਦੇ ਵਿੱਚ ਵੀ ਚੀਨ ਹਜੇ ਤੱਕ ਕੋਈ ਵੀ ਬਿਆਨ ਨਹੀਂ ਦੇ ਸਕਿਆ। ਤੇ ਚੀਨ ਨੇ ਨਾ ਤਾਂ ਇਹੀ ਦੱਸਿਆ ਕਿ ਇਸ ਝੜਪ ਦੇ ਵਿੱਚ ਉਹਦੇ ਕਿੰਨੇ ਜਵਾਨ ਸ਼ਹੀਦ ਹੋਏ ਨੇ, ਤੇ ਨਾ ਇਹੀ ਦੱਸ ਰਿਹਾ ਕਿ ਕਿੰਨੇ ਜਵਾਨ ਉਹਦੇ ਮਾਰੇ ਗਏ ਨੇ। ਲੇਕਿਨ ਇਸ ਪੂਰੇ ਘਟਨਾਕ੍ਰਮ ਨੂੰ ਜੇਕਰ ਦੇਖਿਆ ਜਾਵੇ ਤਾਂ 2017 ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਦੀਆਂ ਜਿਹੜੀਆਂ ਝੜਪਾਂ ਸੀਗੀਆਂ ਆਈਆਂ ਸੀਗੀਆਂ, ਜਿਸ ਤਰ੍ਹਾਂ ਦੇ ਨਾਲ ਚੀਨ ਨੇ ਭੂਟਾਨ ਦੇ ਸੀਮਾ ਖੇਤਰ ਦੇ ਅੰਦਰ ਜਾ ਕੇ ਜਿਹੜੀ ਆ ਕਿ ਇੱਕ ਰੋਡ ਬਣਾਉਣੀ ਸ਼ੁਰੂ ਕੀਤੀ ਸੀ, ਉਸ ਦਾ ਜਿਹੜਾ ਵਿਰੋਧ ਆ ਉਹ ਭਾਰਤ ਦੀਆਂ ਫੌਜਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ। ਤੇ ਲਗਾਤਾਰ 1 ਮਹੀਨੇ ਤੋਂ 2 ਮਹੀਨੇ ਦੇ ਸਮੇਂ ਜਿਹੜਾ ਹੈਗਾ ਕਿ ਭਾਰਤੀ ਤੇ ਚੀਨੀ ਫੌਜਾਂ ਆਮੋ ਸਾਹਮਣੇ ਰਹੀਆਂ ਸਨ। ਲੇਕਿਨ ਇਹ ਪਹਿਲੀ ਵਾਰ ਹੈ ਪਿਛਲੇ 4 ਦਹਾਕਿਆਂ ਤੋਂ ਬਾਅਦ, ਜੇਕਰ ਗੱਲ ਕਰੀਏ ਪਿਛਲੇ 4 ਦਹਾਕਿਆਂ ਤੋਂ ਭਾਰਤ ਚੀਨ ਦੀ ਸੀਮਾ ਤੇ ਕੋਈ ਵੀ ਅਜਿਹੀ ਘਟਨਾ ਜਾਂ ਫਿਰ ਇਸ ਤਰ੍ਹਾਂ ਦੀ ਲੜਾਈ ਨਹੀਂ ਹੋਈ ਸੀ ਜਿਸ ਦੇ ਵਿੱਚ ਕੋਈ
ਭਾਰਤੀ ਜਵਾਨ ਸ਼ਹੀਦ ਹੋਇਆ ਹੋਵੇ ਜਾਂ ਕੋਈ ਚੀਨੀ ਜਵਾਨ ਮਾਰਿਆ ਗਿਆ ਹੋਵੇ। ਇਹ 4 ਦਹਾਕੇ ਤੋਂ ਬਾਅਦ ਇਸ ਤਰ੍ਹਾਂ ਦੀ ਜਿਹੜੀ ਘਟਨਾ ਆਈ ਹੈ, ਲੇਕਿਨ ਇਸ ਸਮੇਂ ਵੀ ਜਿਹੜਾ ਸਾਡਾ ਦੇਸ਼ ਹੈ ਉਹ ਇਸ ਸਮੇਂ ਵੀ ਸ਼ਾਂਤੀ ਦੀ ਗੱਲ ਕਰ ਰਿਹਾ ਹੈ। ਇਹ ਵੀ ਦੱਸ ਦਿੰਦੇ ਹਾਂ ਕਿ ਦੋਨਾਂ ਫੌਜਾਂ ਦੇ ਮੇਜਰ ਰੈਂਕ ਦੇ ਉੱਤੇ ਪੱਧਰ ਦੇ ਉੱਤੇ ਜਿਹੜੇ ਫੌਜੀ ਅਧਿਕਾਰੀ ਨੇ ਉਹ ਇੱਕ ਦੂਸਰੇ ਦੇ ਨਾਲ ਗੱਲਬਾਤ ਲਗਾਤਾਰ ਜਾਰੀ ਕਰ ਰਹੇ ਨੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮਸਲੇ ਦਾ ਜਿਹੜਾ ਹੱਲ ਹੈ ਉਹ किस तरीके नाल कढ़िया जाए। दोनों फौजा दोनों देश इस बारे सोच भी रहे हैं तो दोनों देश चिंता दे विच भी ने। सो साडे नाल जुड़ चुके ने रिटायर्ड कर्नल ने सज्जन प्रकाश जी। सज्जन प्रकाश जी बहुत बहुत स्वागत है तुहाडा। सत श्री अकाल जी। सत श्री अकाल कर्नल साहब। कर्नल साहब जिस तरीके की ये खूनी झड़प हैगी आ असीं देख रहे हैं पिछले 2 दिनों के विचों, पहला यही है कि पहला जिहड़ी जानकारी है वो पूरी नहीं आ रही सी। पहला असीं साढ़े 3 जवानों के शहीद होने बारे जिहड़ी जानकारी आ रही सी, तो फिर एकदम जानकारी आउंदी आ कि साढ़े 20 जवान शहीद हो गए ने। तो लेकिन चीन है वो हाले तक इसका खुलासा नहीं कर रहा तो कि उसके जवान किन्ने मारे गए ने या फिर किन्ने फट्टड़ हो गए ने। ये भी एक सवाल मैं तुहाडे तो जानना चाहूँगा कि चीन इस तरह की जानकारी वो साझी क्यों नहीं कर रहा, तो प्लस जो चीन ने इस तरह की यह कार्रवाई नूं अंजाम दिता उसके पिछे ਤੁਹਾਨੂੰ ਕੀ ਲੱਗਦਾ कि चीन का असल मकसद की है? देखो ये पहला दी गल है, आज की कोई नवी चीज नहीं है। चीन जिहड़ा है वो विस्तारवादी नीति अपनी अपनाए हुए है। उसका मकसद है कि भी ज्यादा से ज्यादा कब्जा अपने देश से दूसरे के इलाके च करके अपने देश से शामिल किया जाए जी। और यही उसका मकसद पिछले 2 साल पहले जो डोकलाम में जिथे होया सी वही हाल था। इससे पहले अरुणाचल में भी उसने कुछ इस तरह की हरकत की सी। हुण भी उसका जो गलवान घाटी च आके बहन का मकसद एक ही है कि उस इलाके को वो स्ट्रेटेजिक पॉइंट ऑफ व्यू से अपने लिए बहुत ही महत्वपूर्ण मानता है जी। क्योंकि हमने वहां पर दुर्मुख से आगे जो रोड बनाया है जो दौलत बेग ओल्डी तक जाता है, जहां हमने एक अपना नया छोटा हवाई अड्डा बनाया है जहां से हम फाइटर्स को ऑपरेट करा सकते हैं और नजर रख सकते हैं चाइनीज टेरिटरी के ऊपर जी। और मेन चीज वहां पर है कि काराकोरम दर्रा जो है वो केवल 20 किलोमीटर आगे है, जिसको अभी कब्जे में वो चाइना और पाकिस्तान के कब्जे में हिस्सा है। और चाइना और पाकिस्तान ने मिलकर वहां पर एक लिंक रोड बनाया है अपने लिए आपस में आने जाने के लिए। तो उनके लिए वो बहुत जरूरी था कि भाई इस इलाके में वो किसी तरह अपना दबदबा बनाए जी। उस मकसद को लेके उसने यहाँ पर अपनी फौजें भेजी। और जो टसल शुरू हुई है, हमारे को जब ये इंटेलिजेंस मिली और हमारे को पता लगा कि हमारे इलाके में चाइना ने आकर के अपने ट्रूप्स बैठा दिए हैं, टेंट लगा लिए हैं, गाड़ियां आ गई हैं, उनकी कुछ न कुछ बड़े हथियार भी पहुंचे हैं, तो हमारी भी फौजों ने उतना ही उसके सामने जाकर के प्रदर्शन किया जी। और उसी बीच ये छोटी छोटी झड़पें हाथापाई होती रही हैं। सरकार ने इसको उतना उस टाइम सीरियसली नहीं लिया, ये सोच के कि छोटी छोटी झड़पें होती रहती हैं और इसमें हो सकता है कि जो कमांडर लेवल की मीटिंग्स करके वो आपस में रिजॉल्व कर लेंगे जी। अगर गवर्नमेंट को ये अंदेशा होता कि इतना बड़ा इशू बन सकता है तो गवर्नमेंट भी इसके लिए पहले से सख्ती के कदम उठाती जी। पर अब जिस हालात में ये सिचुएशन में पहुंच गई है, इसमें पहले जो झड़प हुई उसके अंदर हमारे एक कर्नल जो उस बटालियन के सीओ थे और 2 जवान उनके साथ जो और 2-4 जवान थे, उनमें से 2 जवान जो उनको बचाने के चक्कर में साथ में शहीद हो गए जी। तो कुछ तो जवान हमारे वहां से उस समय टसल में से बच के वापस आ गए, परंतु कुछ जवानों को वहां पर उन्होंने किसी तरह काबिज कर लिया। और उसके बाद उनके साथ जो पता लग रहा है अभी तक कि उनकी बड़ी नृशंस हत्या की गई है और दिखावा ये किया जा रहा है कि वो नदी में डूब के मर गए हैं और उनकी डेड बॉडीज उनके इलाके में चली गई हैं तो वापस कर रहे हैं वो, जबकि ऐसा नहीं है। उनके साथ ब्रूटली जो है व्यवहार किया गया है, टॉर्चर किया गया है। और ऐसी स्थिति में गवर्नमेंट को ये संज्ञान लेना पड़ा इस चीज का। और अभी गवर्नमेंट जो है सीधा 1-to-1 कभी भी तुसी जानते हो जब आपस में कोई
झगड़ा हो जाता है जी, उस संघर्ष में आपस में बैठ के सुलह करना बड़ा मुश्किल होता है। कोई एक दूसरे की सुनने को तैयार नहीं होता, तो थर्ड पार्टी जब जाकर के उसमें कोई समझौता कराती है या बैठ के इंटरफियर करती है, मीडिएशन करती है, तब जाके कोई सॉल्यूशन निकलता है। अब अगर सरकार किसी भी इंटरनेशनल लेवल प्रेशर को डाल करके दोनों देशों के ऊपर ये बात आए और कोई मीडिएशन करके इस चीज को सुलझाए तो ज्यादा बेहतर होगा, क्योंकि आपस में दोनों सरकारों की जो बयानबाजी होगी या जो कमांडरों की बयानबाजी किसी हद तक होगी वो नुकसानदेह साबित होगी, क्योंकि उससे बात बढ़ेगी। कंट्रोल में आने के लिए हमारे लिए एक ही है कि इंटरनेशनल प्रेशर, यूएनओ का प्रेशर, ये सारे अप्लाई करने चाहिए ताकि हमारे और सैनिकों की शहादत ना हो। जी, अच्छा ਕਰਨਲ ਸਾਹਿਬ, ਅਸੀਂ ਇੱਕ ਦੇਖਦੇ ਹਾਂ ਕਿ ਜੇ ਇੱਕ ਪਾਸੇ ਅਸੀਂ ਦੇਖੀਏ ਤਾਂ ਭਾਰਤ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ, ਉੱਥੇ ਜਦੋਂ ਕੋਈ ਪਾਕਿਸਤਾਨੀ ਸੈਨਾ ਕੁਝ ਐਸੀ ਹਰਕਤ ਕਰਦੀ ਆ ਤਾਂ ਅਸੀਂ ਬੜੀ ਜਲਦੀ, ਸਾਡੀ ਸਰਕਾਰ ਆ ਉਹ ਬੜਾ ਜਲਦੀ ਜਿਹੜਾ ਫੈਸਲੇ ਲੈ ਲੈਂਦੀ ਹੈ ਕੜਾ ਜਵਾਬ ਦੇਣ ਦੇ ਲਈ। ਲੇਕਿਨ ਇਧਰਲੇ ਪਾਸੇ ਜਦੋਂ ਅਸੀਂ ਆਉਂਦੇ ਆ ਭਾਰਤ ਤੇ ਚੀਨ ਦੀ ਸਰਹੱਦ ਤੇ, ਚੀਨ ਜਦੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ, ਕਿਸੇ ਘਟਨਾ ਨੂੰ ਅੰਜਾਮ ਦਿੰਦਾ, ਤਾਂ ਸਾਡੀ ਸਰਕਾਰ ਨੂੰ ਬਹੁਤ ਉਦੋਂ ਸੋਚਾਂ ਦੇ ਵਿੱਚ ਪੈ ਜਾਂਦੀ ਹੈ। ਕਰਨਲ ਸਾਹਿਬ, ਇਸ ਦਾ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਪਾਕਿਸਤਾਨ ਦੇ ਲਈ ਬੜੀ ਜਲਦੀ ਜਿਹੜੇ ਡਿਸੀਜਨ ਨੇ ਉਹ ਲਏ ਜਾਂਦੇ ਨੇ ਤੇ ਚੀਨ ਦੇ ਨਾਲ ਬੜੇ ਸੋਚ ਸਮਝ ਕੇ ਜਿਹੜੇ ਫੈਸਲੇ ਆ ਉਹ ਸਰਕਾਰ ਲੈਂਦੀ ਆ ਰਹੀ ਹੈ? देखो, एक पोजीशन होती है किसी भी देश की, जी, सरकार की, कि उसके पास कितनी ताकत है जी, और उसका जो आपस में मन मुटाव है या आपस में टसल है तो वो किसके साथ है। यदि वो कमजोर के साथ है तो हावी होने की कोशिश कोई भी कमजोर के ऊपर करता है। पाकिस्तान का सबको मालूम है कि पाकिस्तान हमारे मुकाबले बहुत कमजोर देश है जी। वो अपने सर्वाइवल के लिए जवाब छेड़खानी करता रहता है या जवाब देता है। जब फायरिंग होती है तो एक दूसरे का जवाब देने की जरूरत होती है। परंतु यदि वो अगर कोई ऐसी घटना करते भी हैं, क्योंकि पाकिस्तान का तो जो अपना जिंदा रहने का तरीका है, वहाँ की पॉलिटिक्स का जो तरीका है वो यही है कि हिंदुस्तान के खिलाफ कुछ न कुछ करते रहो जी। और ये भारत के खिलाफ जो हरकत करते हैं तो सरकार उसका मुंह तोड़ जवाब देने की कोशिश करती है पाकिस्तान में। जी जी, फौज के द्वारा जो भी तरीके हैं सारे अपनाए जाते हैं। जी, अच्छा ਕਰਨਲ ਸਾਹਿਬ, ਇਹ ਦੱਸਦੇ ਹੋ ਕਿ ਜਿਸ ਤਰ੍ਹਾਂ ਦੀ ਹੁਣ ਸਥਿਤੀ ਬਣ ਰਹੀ ਆ, ਹੁਣ ਜਿਹੜੀਆਂ ਫੌਜ ਦੇ ਪੱਧਰ ਤੇ ਆਪਸ ਦੇ ਵਿੱਚ ਮੇਜਰ ਰੈਂਕ ਤੇ ਜਿਹੜੀ ਗੱਲਬਾਤ ਤਾਂ ਹੋ ਰਹੀ ਆ, ਠੀਕ ਹੈ, ਡਿਪਲੋਮੈਟਿਕ ਤਰੀਕੇ ਦੇ ਨਾਲ ਵੀ ਗੱਲਬਾਤ ਸ਼ਾਇਦ ਥੋੜੇ ਸਮੇਂ ਤੇ ਇਹ ਜਿਹੜੀ ਆ ਸ਼ੁਰੂ ਹੋ ਸਕਦੀ ਆ, ਪਰ ਜੇਕਰ ਦੋਨੋਂ ਦੇਸ਼ ਜੰਗ ਵੱਲ ਵੱਧਦੇ ਨੇ, ਵੈਸੇ ਤਾਂ ਕੋਈ ਦੇਸ਼ ਇਹ ਨਹੀਂ ਚਾਹੇਗਾ ਕਿ ਜੰਗ ਵਰਗੀ ਜਿਹੜੇ ਜੰਗ ਸ਼ੁਰੂ ਹੋਵੇ ਦੋਨਾਂ ਮੁਲਕਾਂ ਦੇ ਵਿਚਕਾਰ, ਕਿਉਂਕਿ ਦੋਹੇ ਮੁਲਕ ਵਿਕਾਸਸ਼ੀਲ ਦੇਸ਼ ਨੇ, ਵਿਕਾਸ ਕਰ ਰਹੇ ਨੇ ਲਗਾਤਾਰ। ਚਾਈਨਾ ਜਿਸ ਤਰ੍ਹਾਂ ਦੇ ਨਾਲ ਸੁਪਰ ਪਾਵਰ ਬਣਨ ਦੇ ਸੁਪਨੇ ਦੇਖ ਰਿਹਾ। ਮੇਰਾ ਆਖਰੀ ਸਵਾਲ ਇਹੀ ਆ ਕਿ ਜੇਕਰ ਜੰਗ ਵੱਲ ਕੀ ਦੋਨੋਂ ਮੁਲਕ ਵੱਧ ਸਕਦੇ ਨੇ ਜਾਂ ਫਿਰ ਇਹਦਾ ਕੋਈ ਸ਼ਾਂਤੀ ਸਮਝੌਤਾ ਹੀ ਅਸਲੀ ਜਿਹੜਾ ਹੱਲ ਨਿਕਲ ਕੇ ਸਾਹਮਣੇ ਆਊਗਾ? ਕਰਨਲ ਸਾਹਿਬ, देखो, ਜਿਹੜੀ ਵੀ ਕੋਈ ਵੀ इशू ਹੁੰਦਾ है, बॉर्डर इशू, जो इंटरनेशनल इशू जेडे होंगे हैं, उनमें लड़ाई या युद्ध या इस टाइप का लिमिटेड जो है ऑपरेशन कोई ज्यादा समझ वाली गल नहीं होती जी। आखिर में टेबल पे बैठ के समझौता ही करना पैना और आपस में यही होता है कि बातचीत से ही मसले हल होते हैं। बिल्कुल। अभी अगर ये किसी कारण से अगर इस प्रकार का वाद विवाद चलता रहा, सरकार की तरफ से या नेताओं की तरफ से या फौज की तरफ से कोई ऐसी एग्रेसिव लैंग्वेज यूज हुई जिसका काउंटर चाइना से भी हो और ये बात बढ़ जाए जी, तो इसमें दोनों देशों को नुकसान ही उठाना पड़ेगा। और लास्टली फिर किसी भी, चाहे वो इंटरनेशनल प्रेशर हो चाहे आपस की बातचीत हो, हाँ ठीक है, बात बिल्कुल बिल्कुल जंग तो बाद भी बिल्कुल समझौते होंगे। कर्नल साहब, बहुत बहुत शुक्रिया जी। सज्जन प्रकाश जी, रिटायर्ड कर्नल, भारती सेना दे विच सारी उम्र इन्होंने सेवा अपनी दी है, सो बड़ी अहम जानकारी साडे नाल सांझी करके गए ने। बहुत बहुत शुक्रिया सज्जन प्रकाश जी का। सो दर्शकों, इस वेला हो गया ब्रेक का। ब्रेक तो बाद असी जल्द आउने आ, तुसी इसे तरह दे नाल साडे नाल बने रहो। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।